ਦਲਜੀਤ ਸਿੰਘ ਰੱਖੜਾ ਦੀ ਕਿਤਾਬ ਚੋਂ ਲਿਆ ਗਿਆ ਇੱਕ ਲੇਖ। ਬੈਬੀਲੋਨ ਦਾ ਸ਼ਹਿਰ ਮੌਜੂਦਾ ਇਰਾਕ ਦੇ ਬਗਦਾਦ ਸ਼ਹਿਰ ਤੋਂ ਦੱਖਣ ਵਾਲੇ ਪਾਸੇ ਤਕਰੀਬਨ 15 ਕਿਲੋਮੀਟਰ ਦੇ ਫਾਸਲੇ ਤੇ ਸਥਿਤ ਸੀ। ਪ੍ਰਾਚੀਨ ਇਤਿਹਾਸ ਵਿੱਚ ਹੈਂਗਿੰਗ ਗਾਰਡਨਜ਼, ਲਟਕਦੇ ਬਾਗਾਂ ਦਾ ਜ਼ਿਕਰ ਇਸ ਸ਼ਹਿਰ ਦੀ ਉੱਚ ਸੱਭਿਅਤਾ ਦੀ ਦੇਣ ਸੀ। ਬੈਬੀਲੋਨੀ ਸਲਤਨਤ ਬਾਦਸ਼ਾਹ ਹੈਮੂਰਾਬੀ ਦੇ ਸਮੇਂ 1792 ਤੋਂ 1750 BC ਵਿੱਚ ਉੱਨਤ ਹੋਈ। ਬਾਦਸ਼ਾਹ ਨੈਬੂਕਡਨੇਸਰ ਦੇ ਸਮੇਂ 625 ਤੋਂ 605 BC ਵਿੱਚ ਇਸ ਰਾਜ ਦੀ ਸੱਭਿਅਤਾ ਸਿਖਰ ਤੇ ਪਹੁੰਚੀ। ਇਸ ਬਾਦਸ਼ਾਹ ਦੇ ਬੇਟੇ ਨੈਬੂਕਡਨੇਸਰ ਦੂਜਾ ਨੇ 604 ਤੋਂ 562 BC ਵਿੱਚ ਰਾਜ ਕੀਤਾ। 450 BC ਵਿੱਚ ਇੱਕ ਇਤਿਹਾਸਕਾਰ ਹੈਰੋਡੋਟਸ ਲੈਣਾ ਹੈ ਕਿ ਬੈਬੀਲੋਨ ਦੀ ਸ਼ਾਨ ਦੁਨੀਆ ਭਰ ਦੇ ਸ਼ਹਿਰਾਂ ਨੂੰ ਕਿਤੇ ਮਾਤ ਕਰ ਗਈ ਸੀ। ਬੈਬੀਲੋਨ ਸ਼ਹਿਰ ਦੀ ਬਾਹਰਲੀ ਫਸੀਲ ਕੰਧ 56 ਮੀਲ ਲੰਮੀ, 80 ਫੁੱਟ ਚੌੜੀ ਅਤੇ 320 ਫੁੱਟ ਉੱਚੀ ਸੀ। ਫਸੀਲ ਦੇ ਉੱਪਰ 4 ਰੱਥ ਗੱਡੀਆਂ ਇੱਕੋ ਸਮੇਂ ਨਾਲੋਂ ਨਾਲ ਇੱਕ ਲਾਈਨ ਵਿੱਚ ਦੌੜ ਸਕਦੀਆਂ ਸਨ। ਇਸ ਤੋਂ ਅੰਦਰਲੀ ਫਸੀਲ ਭਾਵੇਂ ਇੰਨੀ ਮੋਟੀ ਨਹੀਂ ਸੀ ਪਰ ਹੈ ਸੀ ਬਹੁਤ ਮਜ਼ਬੂਤ। ਫਸੀਲ ਦੇ ਅੰਤ ਛੋਟੇ-ਛੋਟੇ ਕਿਲੇ ਸਨ, ਮੰਦਰ ਸਨ ਜਿਨ੍ਹਾਂ ਵਿੱਚ ਸੋਨੇ ਦੇ ਬੁੱਤ ਸਨ। ਅਸਮਾਨ ਛੂੰਹਦਾ ਮਰਡੁਕ ਦੇਵਤੇ ਦਾ ਮੰਦਰ ਸੀ। ਇਸ ਬਾਦਸ਼ਾਹ ਨੇ ਬੈਬੀਲੋਨ ਵਿੱਚ ਅਦਭੁਤ ਹੈਂਗਿੰਗ ਬਾਗ ਲਗਵਾਏ ਜਿਹੜੇ ਵਿਸ਼ਵ ਭਰ ਵਿੱਚ ਬਹੁਤ ਪ੍ਰਸਿੱਧ ਹਨ। ਬੇਸ਼ੱਕ ਇਹਨਾਂ ਬਾਗਾਂ ਦੀ ਹੋਂਦ ਬਾਰੇ ਵਿਦਵਾਨਾਂ ਵਿੱਚ ਬਹੁਤ ਮਤਭੇਦ ਹਨ। ਦੋ ਰਾਜਾਂ ਦੇ ਮਿਲਾਪ ਲਈ ਨੈਬੂਕਡਨੇਸਰ ਬਾਦਸ਼ਾਹ ਦਾ ਵਿਆਹ ਮੀਡੀਜ਼ ਇਰਾਨੀ ਬਾਦਸ਼ਾਹ ਦੀ ਬੇਟੀ ਅਮਾਇਤਸ ਨਾਲ ਹੋਇਆ। ਉਸ ਦੀ ਬੇਗਮ ਨੂੰ ਘਰ ਦੀ ਯਾਦ ਬਹੁਤ ਸਤਾਉਂਦੀ ਸੀ। ਸ਼ਹਿਜ਼ਾਦੀ ਹਰਿਆਵਲ ਤੇ ਪਹਾੜੀ ਇਲਾਕੇ ਤੋਂ ਆਈ ਸੀ। ਇਸ ਦੇ ਉਲਟ ਬੈਬੀਲੋਨ ਦਾ ਇਲਾਕਾ ਮੈਦਾ ਅਤੇ ਸਰਦੀ ਬਲਦੀ ਗਰਮੀ ਦਾ ਸੀ। ਸ਼ਹਿਜ਼ਾਦੀ ਉਦਾਸ ਰਹਿੰਦੀ ਸੀ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਨੇ ਆਪਣੀ ਬੇਗਮ ਨੂੰ ਖੁਸ਼ ਕਰਨ ਲਈ ਬੜੇ ਉੱਤੇ ਥੜ੍ਹੇ ਬਣਵਾ ਕੇ ਬਾਗ ਲਗਵਾਏ ਜਿਹੜੇ ਬਣਾਉਟੀ ਪਹਾੜ ਦਾ ਦ੍ਰਿਸ਼ ਪੇਸ਼। ਇਤਿਹਾਸ ਵਿੱਚ ਇਹ ਬਾਗ ਬੈਬੀਲੋਨ ਦੇ ਹੈਂਗਿੰਗ ਗਾਰਡਨਜ਼ ਦੇ ਨਾਂ ਨਾਲ ਜਾਣੇ ਜਾਂਦੇ ਹਨ। ਅਸਲ ਵਿੱਚ ਇਹ ਬਾਗ ਹੈਂਗਿੰਗ ਨਹੀਂ ਸਨ। ਹੈਂਗਿੰਗ ਦਾ ਅਰਥ ਤਾਂ ਇਹ ਹੁੰਦਾ ਹੈ ਕਿ ਬਾਗ ਰੱਸਿਆਂ ਰਾਹੀਂ ਜਾਂ ਕੇਬਲਾਂ ਰਾਹੀਂ ਲਟਕਾਏ ਗਏ ਹੋਣ। ਇਹਨਾਂ ਬਾਗਾਂ ਲਈ ਵਰਤੇ ਯੂਨਾਨੀ ਅਤੇ ਲਾਤੀਨੀ ਸ਼ਬਦਾਂ ਦਾ ਢੁਕਵਾਂ ਅੰਗਰੇਜ਼ੀ ਤਰਜਮਾ ਨਹੀਂ ਹੋ ਸਕਿਆ, ਪਰ ਇਤਿਹਾਸ ਵਿੱਚ ਹੁਣ ਇਹ ਹੈਂਗਿੰਗ ਗਾਰਡਨਜ਼ ਦੇ ਨਾਂ ਨਾਲ ਹੀ ਜਾਣੇ ਜਾਂਦੇ ਹਨ। ਪਹਿਲੀ ਸਦੀ BC ਵਿੱਚ ਇੱਕ ਭੂਗੋਲਿਕ ਵਿਦਵਾਨ ਲਿਖਦਾ ਹੈ ਕਿ ਥੜ੍ਹੇ ਇੱਕ ਦੂਜੇ ਉੱਪਰ ਡਾਟਾਂ ਤੇ ਬਣੇ ਹੋਏ ਸਨ। ਡਾਟਾਂ ਦੇ ਥੰਮਲੇ 6 ਬਾਹੀ ਆਕਾਰ ਕਣਾਕਾਰ ਤੇ ਸਨ। ਥੜ੍ਹੇ ਅੰਦਰੋਂ ਖੋਖਲੇ ਸਨ। ਉਹਨਾਂ ਵਿੱਚ ਮਿੱਟੀ ਭਰੀ ਹੋਈ ਸੀ ਜਿਨ੍ਹਾਂ ਵਿੱਚ ਵੱਡੇ ਤੋਂ ਵੱਡੇ ਦਰਖਤ ਲੱਗੇ ਹੋਏ ਸਨ। ਇਹ ਸਾਰੀ ਉਸਾਰੀ ਪਕਾਈਆਂ ਹੋਈਆਂ ਇੱਟਾਂ ਅਤੇ ਤਾਰਕੋਲ ਨਾਲ ਬਣੀ ਹੋਈ ਸੀ। ਬੈਬੀਲੋਨੀ ਇਮਾਰਤਾਂ ਵਿੱਚ ਇੱਟਾਂ ਹੀ ਵਰਤੀਆਂ ਜਾਂਦੀਆਂ ਸਨ ਕਿਉਂਕਿ ਮੈਸੋਪੋਟੇਮੀਆ ਦੇ ਖੁਸ਼ਕ ਮੈਦਾਨਾਂ ਵਿੱਚ ਪੱਥਰ ਪ੍ਰਾਪਤ ਕਰਨਾ ਮੁਸ਼ਕਲ ਸੀ। ਸਾਰਿਆਂ ਨਾਲੋਂ ਉੱਚੀ ਮੰਜ਼ਿਲ ਤੇ ਜਾਣ ਲਈ ਪੌੜੀਆਂ ਸਨ। ਬੈਬੀਲੋਨ ਵਿੱਚ ਮੀਂਹ ਘੱਟ ਹੀ ਪੈਂਦਾ ਸੀ। ਇਸ ਕਾਰਨ ਬਾਗਾਂ ਲਈ ਪਾਣੀ ਬੈਬੀਲੋਨ ਦੇ ਨੇੜੇ ਵਗਦੇ ਦਰਿਆ ਯੂਫਰਾਤ ਵਿੱਚੋਂ ਲਿਆਂਦਾ ਜਾਂਦਾ ਸੀ। ਚੇਨਾਂ ਨਾਲ ਲਟਕਦੀਆਂ ਬਾਲਟੀਆਂ ਰਾਹੀਂ ਪਾਣੀ ਖਾਸ ਯੰਤਰਾਂ ਦੁਆਰਾ ਉੱਪਰ ਲੈ ਜਾਇਆ ਜਾਂਦਾ ਸੀ। ਖਾਲੀ ਬਾਲਟੀਆਂ ਉਹਨਾਂ ਚੇਨਾਂ ਰਾਹੀਂ ਗੇੜੇ ਨਾਲ ਥੱਲੇ ਮੁੜ ਆਉਂਦੀਆਂ ਸਨ ਅਤੇ ਇਹ ਸਿਲਸਿਲਾ ਚੱਲਦਾ ਰਹਿੰਦਾ ਸੀ। ਉੱਪਰ ਇੱਕ ਤਲਾਅ ਵਿੱਚ ਪਾਣੀ ਇਕੱਠਾ ਕੀਤਾ ਜਾਂਦਾ ਸੀ। ਤਲਾਅ ਵਿੱਚ ਮੋਗੇ ਬਣੇ ਹੋਏ ਸਨ ਅਤੇ ਉਹਨਾਂ ਮੋਗਿਆਂ ਨੂੰ ਖੋਲ੍ਹ ਦਿੱਤਾ ਜਾਂਦਾ ਸੀ। ਪਾਣੀ ਨਾਲੀਆਂ ਰਾਹੀਂ ਬਾਗਾਂ ਵਿੱਚ ਪਹੁੰਚਦਾ ਸੀ। ਇਸ ਤਰ੍ਹਾਂ ਬਾਗ ਸਿੰਜੇ ਜਾਂਦੇ ਸਨ। ਹੇਠੋਂ ਪਾਣੀ ਉੱਪਰ ਚੁੱਕਣ ਵਾਸਤੇ ਪੰਪਾਂ ਦੇ ਹੈਂਡਲਾਂ ਨੂੰ ਗੇੜਨ ਲਈ ਗੁਲਾਮ ਲੱਗੇ ਹੋਏ ਸਨ। ਇੱਕ ਯੂਨਾਨੀ ਇਤਿਹਾਸਕਾਰ ਡਾਇਓਡੋਰਸ ਲਿਖਦਾ ਹੈ ਕਿ ਬਾਗ ਪੱਥਰਾਂ ਦੀਆਂ ਸਲੈਬਾਂ ਨਾਲ ਬਣੇ ਪਲੇਟਫਾਰਮ ਤੇ ਬਣਿਆ ਹੋਇਆ ਸੀ। ਪਰੰਤੂ ਬੈਬੀਲੋਨ ਵਿੱਚ ਇਮਾਰਤਾਂ ਲਈ ਪੱਥਰ ਵਰਤਣ ਦੇ ਤੱਥ ਦੀ ਹੋਰ ਕਿਸੇ ਪਾਸੋਂ ਪੁਸ਼ਟੀ ਨਹੀਂ ਹੋਈ। ਉਸ ਅਨੁਸਾਰ ਬਾਗਾਂ ਦੇ ਘੇਰੇ ਦੀ ਲੰਬਾਈ ਚੌੜਾਈ ਦਾ ਹਰੇਕ ਪਾਸਾ 400 ਫੁੱਟ ਸੀ ਅਤੇ ਉਚਾਈ 99 ਫੁੱਟ ਸੀ। ਇੱਕ ਹੋਰ ਵਿਦਵਾਨ ਅਨੁਸਾਰ ਬਾਗਾਂ ਦੀ ਉਚਾਈ 320 ਫੁੱਟ ਸੀ। ਕੁਝ ਵੀ ਹੋਵੇ ਬਾਗ ਅਦਭੁਤ ਸਨ।
ਪਰੰਤੂ ਹਾਲੇ ਤੱਕ ਸ਼ੰਕੇ ਬਣੇ ਹੋਏ ਹਨ ਕਿ ਅਜਿਹੇ ਬਾਗ ਵਾਸਤਵ ਵਿੱਚ ਸਨ ਵੀ ਕਿ ਨਹੀਂ। ਕਈਆਂ ਦਾ ਖਿਆਲ ਹੈ ਕਿ ਯੂਨਾਨੀ ਇਤਿਹਾਸਕਾਰਾਂ ਨੇ ਇਤਿਹਾਸ ਵਿੱਚ ਆਪਣੀ ਕਲਪਨਾ ਦੀ ਰਲਾਵਟ ਕਰ ਦਿੱਤੀ ਹੈ। ਇਤਿਹਾਸਕਾਰ ਹੈਰੋਡੋਟਸ ਨੇ ਇਹਨਾਂ ਬਾਗਾਂ ਦਾ ਕਿਤੇ ਜ਼ਿਕਰ ਨਹੀਂ ਕੀਤਾ। ਇੱਕ ਜਰਮਨ ਪੁਰਾਤਤਵ ਖੋਜੀ ਰਾਬਰਟ ਕੋਲਡੀਵੇ ਨੇ ਇਸ ਪਾਸ ਖੋਜ ਕੀਤੀ ਹੈ। ਉਸ ਨੇ ਬੇਬਲ ਅਸਥਾਨ ਦੀ ਪੁਟਾਈ ਕੀਤੀ ਹੈ। ਪੁਟਾਈ ਦੌਰਾਨ ਉਸ ਨੂੰ ਸ਼ਹਿਰ ਦੀ ਬਾਹਰਲੀ ਫਸੀਲ ਅਤੇ ਅੰਦਰਲੀ ਫਸੀਲ ਬੇਬਲ ਦੇ ਮੀਤ ਬਾਦਸ਼ਾਹ ਨੈਬੂਕਦਨੇਜ਼ਰ ਦੇ ਮਹੱਲਾਂ ਅਤੇ ਸ਼ਹਿਰ ਨੂੰ ਜਾਂਦੀ ਵੱਡੀ ਸੜਕ ਦੀਆਂ ਨੀਹਾਂ ਮਿਲੀਆਂ ਹਨ। ਇਸ ਤੋਂ ਇਲਾਵਾ ਉਸ ਨੂੰ ਪੱਥਰ ਦੀਆਂ ਡਾਟਾ ਦੇ ਬਣ 14 ਵੱਡੇ ਕਮਰੇ ਵੀ ਮਿਲੇ ਹਨ। ਪ੍ਰਾਚੀਨ ਰਿਕਾਰਡ ਅਨੁਸਾਰ ਸ਼ਹਿਰ ਦੀ ਉੱਤਰੀ ਫਸੀਲ ਅਤੇ ਹੈਂਗਿੰਗ ਬਾਗਾਂ ਵਿੱਚ ਪੱਥਰ ਵਰਤੇ ਗਏ ਸਨ। ਇਹ ਪਾਇਆ ਗਿਆ ਹੈ ਅਤੇ ਸਾਬਤ ਹੋ ਚੁੱਕਿਆ ਹੈ ਕਿ ਸ਼ਹਿਰ ਦੀ ਉੱਤਰੀ ਦੀਪ ਵਿੱਚ ਪੱਥਰ ਸਨ। ਇਸ ਤਰ੍ਹਾਂ ਲੱਗਦਾ ਹੈ ਕਿ ਕੋਲਡੀਵੇ ਨੇ ਬਾਗਾਂ ਦੇ ਹੇਠਾਂ ਬਣੇ ਕਮਰੇ ਲੱਭ ਲਏ ਹਨ। ਉਸ ਦਾ ਦਾਅਵਾ ਹੈ ਕਿ ਉਸ ਨੂੰ ਬਾਗਾਂ ਲਈ ਬਣਾਏ ਪਾਣੀ ਦੇ ਪੰਪਾਂ ਦੇ ਸਬੂਤ ਵੀ ਪ੍ਰਾਪਤ ਹੋਏ ਹਨ। ਕੋਲਡੀਵ ਨੂੰ ਪੂਰਾ ਵਿਸ਼ਵਾਸ ਹੈ ਕਿ ਉਸ ਨੇ ਹੈਂਗਿੰਗ ਬਾਗਾਂ ਦਾ ਖੋਜ ਕੱਢ ਲਿਆ ਹੈ, ਪਰ ਕਈ ਪੁਰਾਤਤਵ ਖੋਜੀ ਮਾਹਿਰ ਹਾਲੇ ਵੀ ਉਸ ਦੀ ਖੋਜ ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਹਨ। ਉਪਰੋਕਤ ਕਥਾ ਸਾਨੂੰ ਇਹ ਸੋਚਣ ਲਈ ਵੀ ਮਜਬੂਰ ਕਰਦੀ ਹੈ ਕਿ ਬਾਦਸ਼ਾਹ ਨੈਬੂਕਦਨੇਜ਼ਰ ਦੇ ਇਹਨਾਂ ਕੁਝ ਕਰਨ ਦੇ ਬਾਵਜੂਦ ਕੀ ਮਲਕਾ ਖੂਬ ਹੋਈ ਵੀ ਸੀ ਕਿ ਨਹੀਂ, ਜਾਂ ਹਾਲੇ ਵੀ ਆਪਣੇ ਪੇਕੇ ਦੇ ਹਰਿਆਵਲੀ ਪਹਾੜਾਂ ਨੂੰ ਤਰਸਦੀ ਰਹੀ। ਪਾਠਕਾਂ ਦੀ ਜਾਣਕਾਰੀ ਲਈ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਮੁੰਬਈ, ਭਾਰਤ ਵਿੱਚ ਵੀ ਮਾਲਾਬਾਰ ਪਹਾੜੀਆਂ ਦੇ ਪੱਛਮ ਪਾਸੇ ਚਬੂਤਰੇ ਬਣਾ ਕੇ ਸੰਨ 1880 ਵਿੱਚ ਹੈਂਗਿੰਗ ਬਾਗ ਬਣਾਏ ਗਏ। ਇਹਨਾਂ ਨੂੰ ਫਿਰੋਜ਼ਸ਼ਾਹ ਮਹਿਤਾ ਬਾਗ ਵੀ ਕਹਿੰਦੇ ਹਨ। ਇਹ ਅਰਬ ਸਾਗਰ ਤੇ ਸ਼ਾਮ ਵੇਲੇ ਸੂਰਜ ਡੁੱਬਣ ਸਮੇਂ ਇੱਕ ਸ਼ਾਨਦਾਰ ਦ੍ਰਿਸ਼ ਪੇਸ਼ ਕਰਦੇ ਹਨ ਅਤੇ ਸੈਲਾਨੀਆਂ ਲਈ ਬਹੁਤ ਦਿਲਚਸਪੀ ਦਾ ਕੇਂਦਰ ਹਨ। ਅਖੀਰ ਵਿੱਚ ਇੱਕ ਗੱਲ ਕਿ ਬੈਬੀਲੋਨ ਦੇ ਬਾਗਾਂ ਨੂੰ ਮੁੰਬਈ ਦੇ ਬਾਗੀ ਨਾਲ ਰਲਗੱਡ ਨਹੀਂ ਕਰਨਾ ਹੈ, ਕਿਉਂਕਿ ਬੈਬੀਲੋਨ ਦੇ ਬਾਗ ਦੁਨੀਆ ਦੇ ਪ੍ਰਾਚੀਨ ਕਾਲ ਦੇ 7 ਅਜੂਬਿਆਂ ਵਿੱਚੋਂ ਇੱਕ ਹਨ।